ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬੀ ਅਤੇ ਪੰਜਾਬੀ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਕਿਸਾਨ ਜਥੇਬੰਦੀਆਂ ਨੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਦਿਆਂ ਵੱਡਾ ਐਲਾਨ ਕੀਤਾ ਹੈ। ਜੀ ਹਾਂ, ਪੰਜਾਬ ਦੇ ਵਿੱਚ ਹੁਣ ਮਹਾ ਪੰਚਾਇਤਾਂ ਰੱਦ ਕਰ ਦਿੱਤੀਆਂ ਗਈਆਂ ਨੇ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਕਿਸਾਨਾਂ ਨੂੰ ਸਿੰਘੂ, ਟਿੱਕਰੀ ਅਤੇ ਵੱਖ-ਵੱਖ ਬਾਰਡਰਾਂ ਦੇ ਉੱਤੇ ਲੈ ਕੇ ਆਉਣਾ ਹੈ ਤੇ ਪੰਜਾਬ ਦੇ ਵਿੱਚ ਉਹ ਮਹਾ ਪੰਚਾਇਤਾਂ ਰੱਦ ਕਰ ਰਹੇ ਨੇ। ਬਾਕੀ ਪੂਰੇ ਮੁਲਕ ਦੇ ਵਿੱਚ ਮਹਾ ਪੰਚਾਇਤਾਂ ਉਸੇ ਤਰ੍ਹਾਂ ਚੱਲਣਗੀਆਂ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਮੌਕੇ ਦੇ ਉੱਤੇ 18 ਫਰਵਰੀ ਨੂੰ ਰੇਲ ਰੋਕੂ ਅੰਦੋਲਨ ਦੇ ਤਹਿਤ ਇਹ ਐਲਾਨ ਕੀਤਾ ਹੈ ਕਿ ਇਸ ਦਾ ਅਸਰ ਸਰਕਾਰ ਦੇ ਉੱਤੇ ਬਹੁਤ ਵੱਡਾ ਦਿਖੇਗਾ। ਪੰਜਾਬ ਦੇ ਵਿੱਚ ਕਈ ਮਹਾ ਪੰਚਾਇਤਾਂ ਹੋ ਰਹੀਆਂ, ਉਹਨਾਂ ਦੇ ਐਲਾਨ ਹੋ ਚੁੱਕੇ ਆ। ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਤੇ ਮੌਲਾਂ ਦੇ ਅੱਗੇ, ਰੇਲਵੇ ਪਾਰਕਾਂ ਦੇ ਵਿੱਚ ਤੇ ਜਾਂ ਬੀਜੇਪੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਘਰਾਂ ਅੱਗੇ ਧਰਨੇ ਚੱਲ ਰਹੇ ਆ। ਪੰਜਾਬ ਦੇ ਵਿੱਚ ਮੋਰਚੇ ਜਿਵੇਂ ਅਸੀਂ ਛੱਡ ਕੇ ਆਏ ਸੀ ਉਵੇਂ ਚੱਲ ਰਹੇ ਆ। ਅਸੀਂ ਸਮਝਦੇ ਹਾਂ ਕਿ ਜਿਹੜੀਆਂ ਅਜਿਹੀਆਂ ਮਹਾ ਪੰਚਾਇਤਾਂ ਹੋ ਰਹੀਆਂ ਪੰਜਾਬ ਦੇ ਵਿੱਚ ਉਹਨਾਂ ਦੀ ਲੋੜ ਨਹੀਂ ਹੈ। ਅਗਰ ਜੇ ਕਦੇ ਸਾਨੂੰ ਲੋੜ ਲੱਗੂਗੀ ਤਾਂ ਇੱਥੋਂ ਅਸੀਂ ਵਿਉਂਤਬੰਦੀ ਕਰਕੇ ਉਹਨਾਂ ਦਾ ਐਲਾਨ ਕਰਾਂਗੇ। ਉਹ ਮਾਝੇ 'ਚ ਕਰ ਲਈਏ, ਦੁਆਬੇ 'ਚ ਕਰ ਲਈਏ, ਮਾਲਵੇ 'ਚ ਕਰ ਲਈਏ। ਇੱਕ ਵਾਰੀ ਜਿਹੜੀਆਂ ਮਹਾ ਪੰਚਾਇਤਾਂ ਦਾ ਐਲਾਨ ਹੋਇਆ ਅਸੀਂ ਅੱਜ 32 ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਰੱਦ ਕਰਦੇ ਹਾਂ ਕਿ ਉਹ ਨਹੀਂ ਹੋਣਗੀਆਂ, ਕਿਉਂਕਿ 18 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਿਰ ਤੇ ਖੜਾ ਹੈ, ਉਹਨੂੰ ਸਫਲ ਬਣਾਉਣਾ ਤੇ ਦਿੱਲੀ ਮੋਰਚੇ ਨੂੰ ਜਿਵੇਂ 26 ਤਰੀਕ ਤੋਂ ਪਹਿਲਾਂ ਸੀ ਉਹਨਾਂ ਲੀਹਾਂ ਤੇ ਲੈ ਕੇ ਆਉਣਾ ਹੈ। ਇਸ ਕਰਕੇ ਪਹਿਲੀ ਗੱਲ ਤਾਂ ਅਸੀਂ ਉਹ ਜਿਹੜੀਆਂ ਕਾਨਫਰੰਸਾਂ ਹੈ ਜਿਨ੍ਹਾਂ ਵੀ ਜਥੇਬੰਦੀਆਂ ਨੇ ਰੱਖੀਆਂ ਹੈ, ਜਿਨ੍ਹਾਂ ਪੰਚਾਇਤਾਂ ਨੇ ਰੱਖੀਆਂ ਹੈ, ਉਹਨਾਂ ਨੂੰ ਅਪੀਲ ਕਰਦੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਕਿ ਉਹ ਜਿਹੜੀਆਂ ਮਹਾ ਪੰਚਾਇਤਾਂ ਰੱਖੀਆਂ ਹੋਈਆਂ ਉਹ ਨਾ ਕੀਤੀਆਂ ਜਾਣ। 18 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ 4 ਘੰਟੇ ਲਈ ਜੋ ਰੇਲ ਰੋਕਣ ਦਾ ਸੱਦਾ ਦਿੱਤਾ ਗਿਆ ਉਹਨੂੰ ਵਿਚਾਰਿਆ ਵੱਡੀ ਪੱਧਰ ਤੇ ਉਹ ਕਾਮਯਾਬ ਹੋਣਾ ਹੈ। ਤਿਆਰੀਆਂ ਹੋ ਰਹੀਆਂ। ਸਰਕਾਰ ਲਈ ਉਹ ਚੈਲੰਜ ਬਣਨਾ ਕਿ ਦੇਸ਼ ਦੇ ਵਿੱਚ ਸਾਰੇ ਦੇਸ਼ਾਂ ਦੇ ਵਿੱਚ, ਚਾਹੇ ਉਹ ਪੰਜਾਬ ਹੈ, ਹਰਿਆਣਾ ਹੈ, ਰਾਜਸਥਾਨ ਹੈ, ਉੱਤਰਾਖੰਡ ਹੈ, ਮੱਧ ਪ੍ਰਦੇਸ਼ ਹੈ, ਯੂਪੀ ਹੈ, ਇਹ ਚਾਹੇ ਆਪਣਾ ਤ੍ਰਿਪੁਰਾ ਹੈਗਾ, ਬੰਗਾਲ ਹੈਗਾ, ਇਹਨਾਂ ਸਾਰੀਆਂ, ਉੜੀਸਾ, ਸਾਰੀਆਂ ਸਟੇਟਾਂ ਦੇ ਵਿੱਚ ਕਾਮਯਾਬ ਹੋਣਾ ਹੈ। ਇਸੇ ਤਰ੍ਹਾਂ ਦੂਸਰੇ ਤੌਰ ਤੇ 26 ਜਨਵਰੀ ਨੂੰ ਸਾਡੇ ਕਿਸਾਨ ਬਹੁਤ ਸਾਰੇ ਸਰਕਾਰ ਵੱਲੋਂ ਤੇ 29 ਤਰੀਕ ਨੂੰ ਗ੍ਰਿਫਤਾਰ ਕੀਤੇ ਗਏ। ਅਸੀਂ ਉਹਨਾਂ ਦੀ ਗ੍ਰਿਫਤਾਰੀ ਦੀ ਪੈਰਵਾਈ ਕਰਨ ਲਈ ਲੀਗਲ ਸੈੱਲ ਬਣਾਇਆ ਸੀ। ਸਾਡੇ ਵਕੀਲ ਸਾਹਿਬਾਨ ਉਹਦੀ ਪੈਰਵਾਈ ਕਰ ਰਹੇ ਸੀ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ। ਉਹ 44 ਜੋ FIR ਸਰਕਾਰ ਵੱਲੋਂ ਕੱਟੀਆਂ ਗਈਆਂ, ਉਹਨਾਂ 14 ਦੇ ਵਿੱਚ 122 ਦੇ ਲਗਭਗ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ। 10 ਦੀਆਂ ਜ਼ਮਾਨਤਾਂ ਹੋ ਚੁੱਕੀਆਂ, 5 ਦੀ ਜ਼ਮਾਨਤਾਂ ਜਲਾਈ ਸੀ, ਉਹਦੀ ਹਜੇ ਰਿਪੋਰਟ ਹੈ, ਸ਼ਾਇਦ ਉਹ ਵੀ ਜ਼ਮਾਨਤ ਹੋ ਜੇ। ਇਸ ਤਰੀਕੇ ਨਾਲ ਜਿੱਥੇ ਉਹ ਜੇਲ੍ਹ 'ਚ ਬੈਠੇ ਹੈ ਸਾਥੀ, ਉਹਨਾਂ ਨੂੰ ਮਿਲ ਕੇ ਜਿਸ ਵੀ ਚੀਜ਼ ਦੀ ਲੋੜ ਹੈ, ਕਿਸੇ ਚੀਜ਼ ਦੀ, ਕੱਪੜੇ ਦੀ, ਆਰਥਿਕ ਤੌਰ ਤੇ ਕੋਈ ਵੀ, ਉਹ ਸਾਡੇ ਵਕੀਲ ਮੁਹੱਈਆ ਕਰਾ ਰਹੇ ਹੈ ਸੰਯੁਕਤ ਮੋਰਚੇ ਵੱਲੋਂ। ਔਰ ਸਰਕਾਰ ਨੂੰ ਇੱਕ ਅਪੀਲ ਕੀਤੀ ਹੈ ਕਿ ਜਿਹੜੇ ਵੱਖ-ਵੱਖ ਜੇਲ੍ਹਾਂ 'ਚ ਹੈ ਉਹ ਤਿਹਾੜ ਜੇਲ੍ਹ 'ਚ ਇਕੱਠੇ ਕਰ ਦੇਣ ਤਾਂ ਕਿ ਉਹਨਾਂ ਕਿਸਾਨਾਂ ਨੂੰ ਸਾਨੂੰ ਮਿਲਣਾ ਸੌਖਾ ਰਹੇ। ਅਸੀਂ ਤੁਹਾਡੇ ਮੀਡੀਆ ਰਾਹੀਂ ਪੰਜਾਬ, ਹਰਿਆਣਾ, ਰਾਜਸਥਾਨ ਦੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ, ਹੁਣ ਫੇਰ ਅਪੀਲ ਕਰਦੇ ਹਾਂ, ਜੇ ਉਹ ਕੋਈ ਕਿਸਾਨ ਪਰਿਵਾਰ ਸਾਡੇ ਤੱਕ ਸੰਪਰਕ ਨਹੀਂ ਕਰ ਸਕਿਆ ਉਹ ਸੰਪਰਕ ਕਰੇ। ਸਾਡੇ ਉਸ ਐਜੀਟੇਸ਼ਨ ਦੇ ਦੌਰਾਨ ਮੋਰਚੇ ਸਾਥੀ ਗਏ, ਅਸੀਂ ਹਰ ਤਰ੍ਹਾਂ ਦੀ ਪੈਰਵੀ ਕਰ ਰਹੇ ਹਾਂ, ਉਹਨਾਂ ਦੇ ਕੇਸ ਲੜਦੇ ਹਾਂ, ਫ੍ਰੀ ਲੜਦੇ ਹਾਂ, ਸਾਡੀ ਜ਼ਿੰਮੇਵਾਰੀ ਬਣਦੀ ਹੈ, ਉਸ ਜ਼ਿੰਮੇਵਾਰੀ ਨੂੰ ਅਸੀਂ ਚੱਕ ਰਹੇ ਹਾਂ। ਉਧਰ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਸਿਆਸੀ ਬਿਆਨ ਆ ਰਹੇ ਨੇ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਭਾਜਪਾ ਨੂੰ ਵੀ ਘੇਰਣ ਦੀ ਕੋਸ਼ਿਸ਼ ਹੁੰਦੀ ਹੈ। ਇਸੇ ਕੜੀ ਦੇ ਤਹਿਤ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਵੱਡੀ ਟਿੱਪਣੀ ਭਾਜਪਾ ਅਤੇ ਅਕਾਲੀ ਦਲ ਨੂੰ ਲੈ ਕੇ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹੀ ਅਕਾਲੀ ਦਲ ਸੀ ਜਿਹੜਾ ਕੁਝ ਸਮਾਂ ਪਹਿਲਾਂ ਇਹਨਾਂ ਕਾਨੂੰਨਾਂ ਦੀ ਤਾਰੀਫ ਕਰਦਾ ਸੀ। ਕੀ ਕੁਝ ਕਹਿ ਰਹੇ ਨੇ ਸੁਨੀਲ ਜਾਖੜ, ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਤੋਂ ਬਾਅਦ ਹਰਿਆਣੇ ਦੀ ਸਿਆਸਤ ਜੋ ਬਿਆਨ ਨੇ ਉਹ ਵੀ ਸੁਣਾਵਾਂਗੇ। ਮੇਰਾ ਇੱਕ ਬੜਾ ਸਿੰਪਲ ਜਿਹਾ ਸਵਾਲ, ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ, ਦੇਖੋ ਬੀਜੇਪੀ ਵਾਲਿਆਂ ਨੇ ਤਾਂ ਆਪਣਾ ਚਿਹਰਾ ਬੇਨਕਾਬ ਕਰਤਾ, ਕਾਲੇ ਕਾਨੂੰਨ ਲਿਆ ਕੇ। ਪਹਿਲਾਂ ਇਹ ਕੰਟਰੈਕਟ ਫਾਰਮਿੰਗ ਵਾਲਾ ਲੈ ਕੇ ਭਾਈਵਾਲ ਸੀਗੇ ਅਕਾਲੀਆਂ ਦੇ ਨਾਲ 2013 'ਚ ਅਕਾਲੀ ਤੇ ਬੀਜੇਪੀ ਇਕੱਠੇ ਸੀ ਜਿਹੜੇ ਆ ਕਾਲਾ ਇਹਨਾਂ ਨੇ ਕਾਨੂੰਨ ਬਣਾਇਆ। ਤੇ ਹੁਣ 2000 ਫਿਰ ਜਿਹੜੇ 3 ਕਾਲੇ ਕਾਨੂੰਨ ਬਣਾਏ ਹੈ ਆ ਤੇ ਦੋਨੋਂ ਭਾਈਵਾਲ ਸੀਗੇ, ਫਿਰ ਬੀਜੇਪੀ ਤੇ ਅਕਾਲੀ।
ਜਦੋਂ ਤੋਮਰ ਸਾਹਿਬ ਨੇ ਪਾਰਲੀਮੈਂਟ 'ਚ ਬਿਆਨ ਦਿੱਤੇ ਹੈ, ਮੇਰੀ ਬੇਨਤੀ ਹੈ ਇਹਨਾਂ ਸਾਰੇ ਲੀਡਰ ਸਾਹਿਬਾਨ ਨੂੰ, ਆਪ ਵਾਲਿਆਂ ਨੂੰ, ਤੁਸੀਂ ਉੱਥੇ ਕਿਉਂ ਨਹੀਂ ਉਹਨਾਂ ਨੂੰ ਰਿਬਟ ਕੀਤਾ? ਕਿਉਂ ਨਹੀਂ ਕੇਜਰੀਵਾਲ ਸਾਹਿਬ ਨੇ ਅਜੇ ਤਾਈਂ ਉੱਥੇ ਨੈਸ਼ਨਲ ਮੀਡੀਆ 'ਚ ਇਹ ਗੱਲ ਕੀਤੀ ਵੀ ਤੋਮਰ ਸਾਹਿਬ ਪੰਜਾਬ ਨੂੰ ਬਦਨਾਮ ਕਰ ਰਹੇ ਹੈ? ਆਹ ਜਿਹੜੇ ਕਾਲੇ ਕਾਨੂੰਨ ਬਣਿਆ ਹੈ ਕੰਟਰੈਕਟ ਫਾਰਮਿੰਗ ਵਾਲਾ, ਬਣਾਉਣ ਵਾਲੇ ਖੁਦ ਬੀਜੇਪੀ ਸੀਗੀ, ਆਹ ਖੁਦ ਅਕਾਲੀ ਇਹਦੇ ਵਿੱਚ ਸੀਗੇ। ਕਿਉਂ ਨਹੀਂ ਅਜੇ ਤਾਈਂ ਕੇਜਰੀਵਾਲ ਸਾਹਿਬ ਨੇ ਨੈਸ਼ਨਲ ਮੀਡੀਆ 'ਚ ਗੱਲ ਕਰਤਾ? ਇੱਥੇ ਪੰਜਾਬ ਦੇ ਲੋਕਾਂ ਨੂੰ ਭ੍ਰਮਿਤ ਕਰਨ ਵਾਸਤੇ ਇੱਥੇ ਕਾਂਗਰਸ ਤੋਂ ਸਵਾਲ ਪੁੱਛ ਰਹੀ ਹੈ ਆਮ ਆਦਮੀ ਪਾਰਟੀ ਵੀ ਤੁਸੀਂ 4 ਸਾਲ ਤਾਈਂ ਬੋਲੇ ਕਿਉਂ ਨਹੀਂ? ਮੈਂ ਸਵਾਲ ਇਹਨਾਂ ਨੂੰ ਪੁੱਛਦਾ ਵੀ ਤੁਸੀਂ ਲੀਡਰ ਆਫ ਆਪੋਜੀਸ਼ਨ ਸੀਗੇ, ਯੂ ਆਰ ਦਾ ਮੇਨ ਆਪੋਜੀਸ਼ਨ ਪਾਰਟੀ, ਤੁਸੀਂ ਕਿਉਂ ਨਹੀਂ ਉਹ ਮੁੱਦਾ ਚੱਕਿਆ? ਸਾਰਿਆਂ ਨੂੰ ਬੱਚੇ ਨੂੰ ਪਤਾ ਹੈ ਵੀ ਆਹ ਕਾਨੂੰਨ ਨਾ ਲਾਗੂ ਹੋਏ, ਪਾਸ ਜ਼ਰੂਰ ਕਰਾ ਲਿਆ, ਬਟ ਦੈਟ ਇਜ਼ ਵਰਥ ਅ ਪੀਸ ਆਫ ਪੇਪਰ, ਨਾਟ ਈਵਨ ਵਰਥ ਪੀਸ ਆਫ ਪੇਪਰ ਜਿਹਦੇ ਤੇ ਕਾਨੂੰਨ ਬਣੇ। ਨਾ ਰੂਲਸ ਫਰੇਮ ਕੀਤੇ ਗਏ, ਨਾ ਉਹਦੇ ਤੇ ਜਿਹੜੇ ਕਮਿਸ਼ਨ ਬਣਨੇ ਸੀਗੇ, ਸੈਟਲਮੈਂਟ ਕਮਿਸ਼ਨ, ਡਿਸਪਿਊਟ ਸੈਟਲਮੈਂਟ ਦੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਦੇ ਉੱਤੇ। ਕਿਉਂਕਿ ਬਾਦਲ ਸਾਹਿਬ ਚਾਹੇ ਜੋ ਕੁਝ ਵੀ ਹੈ ਬੜੇ ਲੋਕਾਂ ਦੀ ਨਬਜ਼ ਸਮਝਦੇ ਹੈ। ਉਹਨਾਂ ਨੇ ਦੇਖ ਲਿਆ ਵੀ ਇਹਦਾ ਬਹੁਤ ਗਲਤ ਪੰਗਾ ਲੈ ਲਿਆ, ਲੋਕਾਂ ਨੇ ਕੱਪੜੇ ਲੀੜੇ ਪਾੜ ਲੈਣੇ ਹੈ, ਇਸ ਕਰਕੇ ਉਹਨਾਂ ਨੇ ਪਾਸ ਤਾਂ ਕਰਾ ਲਿਆ ਪਰ ਉਹਨੂੰ ਠੰਡੇ ਬਸਤੇ 'ਚ ਪਾ ਲਿਆ, ਕਿਉਂਕਿ ਕਾਂਗਰਸ ਦਾ ਵਿਰੋਧ ਸੀ, ਲੋਕਾਂ ਦਾ ਵਿਰੋਧ ਸੀ। ਕਿਸਾਨਾਂ ਨੇ ਪਿੰਡਾਂ 'ਚ ਵੜਨਾ ਬੰਦ ਕਰ ਦੇਣਾ ਸੀਗਾ ਤੇ ਉੱਥੇ ਹੀ ਨਿਬੜ ਗਈ ਕਹਾਣੀ ਤੇ ਉਹ ਕਾਨੂੰਨ ਲਾਗੂ ਹੀ ਨਹੀਂ ਹੋਇਆ। ਅੱਜ ਇਹਨਾਂ ਨੇ ਆ ਕੇ ਗੜੇ ਮੁਰਦੇ ਉਖਾੜਨ ਵਾਲਾ ਕੰਮ ਕੀਤਾ ਹੈ। ਜਵਾਬ ਦੇਣ। ਮੇਰਾ ਸਵਾਲ ਹੈ ਆਮ ਆਦਮੀ ਪਾਰਟੀ ਨੂੰ, ਕਿਉਂ ਨਹੀਂ ਤੁਸੀਂ ਬੀਜੇਪੀ ਨੂੰ ਪੁੱਛਦੇ? ਕਿਉਂ ਨਹੀਂ ਜਾ ਕੇ ਅਕਾਲੀਆਂ ਨੂੰ ਪੁੱਛਦੇ? ਸਾਰੇ ਸਿਰਫ ਉਹਨੂੰ ਰਾਜਨੀਤਿਕ ਮੁੱਦਾ ਬਣਾ ਕੇ ਆਪਣੀ ਕਮਜ਼ੋਰੀਆਂ ਤੇ ਪਰਦਾ ਪਾ ਰਹੇ ਹੈ। ਆਹ ਕਾਲੇ ਕਾਨੂੰਨ ਨਾ, ਆ ਜਿਹੜਾ ਜਿਵੇਂ ਆਹ ਕਾਨੂੰਨ ਨਹੀਂ ਲਾਗੂ ਹੋਣ ਦੇਣੇ, ਬੈਂਚ 'ਚ ਪਿਆ, ਉਹ ਵੀ ਠੰਡੇ ਬਸਤੇ 'ਚ ਪਿਆ ਤੇ ਇਹਨਾਂ ਦੇ ਜੇ ਤਸੱਲੀ ਹੁੰਦੀ ਹੈ, ਜੇ ਕਿਤੇ ਦੇਖਾਂਗੇ ਉਹਦੇ 'ਚ ਕੋਈ ਲੀਗਲ ਵੈਲਿਡਿਟੀ ਦਾ ਕਿਤੇ ਕੋਈ ਹੈ ਤਾਂ ਫਿਰ ਵੀ ਉਹਨੂੰ ਸੀਐਮ ਸਾਹਿਬ ਨਾਲ ਗੱਲ ਕਰਕੇ ਇਸ ਬਜਟ 70 ਦੇ ਅੰਦਰ ਉਹਨੂੰ ਖਤਮ ਕਰਾਉਣ ਦਾ ਪ੍ਰੋਵੀਜ਼ਨ ਹੈ, ਉਹ ਵੀ ਅਸੀਂ ਸਲਾਹ ਕਰਕੇ ਕਰਵਾਵਾਂਗੇ। ਉਧਰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੈਬਨਿਟ ਦੀ ਮੀਟਿੰਗ ਸੱਦ ਲਈ ਗਈ ਹੈ। ਜੀ ਹਾਂ, 19 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਬੈਠਕ ਸੱਦੀ ਗਈ ਹੈ, ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਖਾਸ ਤੌਰ ਤੇ ਉੱਤੇ ਵਿਧਾਨ ਸਭਾ ਸੈਸ਼ਨ ਬੁਲਾਉਣ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਕਿ ਕੁਝ ਖਾਸ ਇਸ 19 ਤਰੀਕ ਨੂੰ ਹੋਣ ਵਾਲਾ। ਇਸ ਦੇ ਲਈ ਸਿੱਧਾ ਚੱਲਦੇ ਹਾਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੋਣਾ ਦੇ ਵੱਲ। ਡੱਲਾ ਸਾਹਿਬ, ਕੀ ਕੁਝ ਖਾਸ ਜਿਹੜਾ ਇਸ ਮੀਟਿੰਗ ਦੇ ਵਿੱਚ ਹੋ ਸਕਦਾ ਹੈ? ਜੋ 19 ਤਰੀਕ ਨੂੰ ਬੈਠਕ ਸੱਦੀ ਗਈ ਹੈ, 19 ਫਰਵਰੀ ਦੀ ਇਹ ਬੈਠਕ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਮੰਤਰੀ ਹਾਜ਼ਰ ਹੋ ਸਕਦੇ ਨੇ। ਦੇਖੋ, ਕਈ ਵਾਰੀ ਮੈਂ ਅੱਗੇ ਵੀ ਜ਼ਿਕਰ ਕੀਤਾ ਹੈ ਕਿ ਮੁੱਖ ਮੰਤਰੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਫੈਸਲੇ ਲੈਣਗੇ ਆਉਣ ਵਾਲੇ ਸਮੇਂ 'ਚ, ਕਿਉਂਕਿ ਉਹ ਫੈਸਲੇ ਲੈਣੇ ਬੜੇ ਜ਼ਰੂਰੀ ਹੈ। ਔਰ ਹੁਣ 19 ਤਰੀਕ ਨੂੰ ਪੰਜਾਬ ਮੰਤਰੀ ਮੰਡਲ ਦੀ ਕੈਬਨਿਟ ਦੀ ਬੈਠਕ ਹੈ, ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬੈਠਕ ਹੋਣੀ ਹੈ। ਪਰ ਅਸੀਂ ਇਹਨੂੰ ਅਗਰ ਇਹਦਾ ਕੱਪੜ ਛਾਂਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਸ ਵਿਧਾਨ ਸਭਾ ਸੈਸ਼ਨ ਦੇ ਕਈ ਵੱਡੇ ਨਤੀਜੇ ਨਿਕਲ ਕੇ ਆਉਣਗੇ। ਇੱਕ, ਜਿਹੜੇ ਵਿਧਾਨ ਸਭਾ 'ਚ ਪਹਿਲਾਂ ਬਿੱਲ ਪਾਸ ਕੀਤੇ ਗਏ ਸੀ, ਸੋਧ ਮਤੇ ਲਿਆਂਦੇ ਗਏ ਸੀ, ਜਿਹੜੇ ਗਵਰਨਰ ਸਾਹਿਬ ਕੋਲੇ ਹੀ ਨੇ, ਗਵਰਨਰ ਸਾਹਿਬ ਨੇ ਜਿਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਕੋਲੇ ਨਹੀਂ ਭੇਜਿਆ, ਔਰ ਨਿਯਮ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ, ਜਿਹੜਾ ਵਿਧਾਨ ਪਾਲਕ ਹੈ ਉਹਦੇ ਨਿਯਮਾਂ ਦੇ ਮੁਤਾਬਕ ਅਗਰ ਵਿਧਾਨ ਸਭਾ ਦੇ ਵਿੱਚ ਪਾਸ ਕੋਈ ਵੀ ਕਾਨੂੰਨ ਜਾਂ ਬਿੱਲ ਜਦੋਂ ਦਸਤਖਤ ਕਰ ਦਿੰਦੇ ਨੇ ਗਵਰਨਰ ਤਾਂ ਫਿਰ ਉਹ ਕਾਨੂੰਨ ਬਣ ਜਾਂਦਾ ਹੈ। ਵਿਧਾਨ ਸਭਾ 'ਚ ਪਾਸ ਕੀਤਾ ਗਿਆ ਕੋਈ ਵੀ ਖਰੜਾ, ਪ੍ਰਸਤਾਵ, ਬਿੱਲ ਜਦੋਂ ਗਵਰਨਰ ਕੋਲੇ ਭੇਜਿਆ ਜਾਂਦਾ ਤੇ ਅਗਰ ਗਵਰਨਰ ਉਹਨੂੰ ਵਾਪਸ ਮੋੜ ਦਿੰਦੇ ਨੇ ਤਾਂ ਫਿਰ ਅਗਰ ਦੂਜੀ ਵਾਰੀ ਵਿਧਾਨ ਸਭਾ ਉਸ ਬਿੱਲ ਨੂੰ ਜਾਂ ਉਸ ਖਰੜੇ ਨੂੰ ਪਾਸ ਕਰਕੇ ਦੁਬਾਰਾ ਭੇਜਦੀ ਹੈ ਤੇ ਫਿਰ ਗਵਰਨਰ ਦੇ ਲਈ ਇਹ ਬੜਾ ਲਾਜ਼ਮੀ ਹੋ ਜਾਂਦਾ ਕਿ ਉਹ ਰਾਸ਼ਟਰਪਤੀ ਕੋਲ ਉਹਨਾਂ ਨੂੰ ਭੇਜਣ। ਸੋ ਕਿਉਂਕਿ ਪਿਛਲੇ ਜਿਹੜੇ ਖੇਤੀ ਕਾਨੂੰਨਾਂ 'ਚ ਸੋਧ ਬਿੱਲ ਨੇ ਉਹ ਰਾਸ਼ਟਰਪਤੀ ਕੋਲੇ ਨਹੀਂ ਗਏ, ਉਹ ਗਵਰਨਰ ਸਾਹਿਬ ਕੋਲੇ ਹੀ ਨੇ। ਇਸ ਕਰਕੇ ਦੂਜੀ ਵਾਰੀ ਜਦੋਂ ਇਹ ਵਿਧਾਨ ਸਭਾ 'ਚ ਪਾਸ ਕੀਤੇ ਜਾਣੇ ਨੇ ਤਾਂ ਇਹਨਾਂ ਦੀ ਇੱਕ ਕਾਨੂੰਨੀ ਜਿਹੜੀ ਹੈ ਉਹ ਵੈਲਿਊ ਬਣ ਜਾਣੀ, ਪੰਜਾਬੀ 'ਚ ਜਿਹਨੂੰ ਕਹਿੰਦੇ ਨੇ ਕਾਨੂੰਨੀ ਬੁੱਕਤ, ਕਾਨੂੰਨੀ ਮਾਨਤਾ ਮਿਲ ਜਾਣੀ ਹੈ। ਇਹਦੇ ਆਧਾਰ ਤੇ ਅਗਰ ਗਵਰਨਰ ਸਾਹਿਬ ਰਾਸ਼ਟਰਪਤੀ ਕੋਲੇ ਨਹੀਂ ਭੇਜਦੇ ਤਾਂ ਵੀ ਇੱਕ ਸੰਵਿਧਾਨਿਕ ਸੰਕਟ ਖੜਾ ਹੋ ਸਕਦਾ ਹੈ ਔਰ ਉਸ ਕੇਸ 'ਚ ਪੰਜਾਬ ਦੀ ਸਰਕਾਰ ਸੁਪਰੀਮ ਕੋਰਟ 'ਚ ਵੀ ਜਾ ਸਕਦੀ ਹੈ ਕਿ ਸਾਡੇ ਜਿਹੜੇ ਬਿੱਲ ਨੇ ਵਿਧਾਨ ਸਭਾ ਨੇ ਪਾਸ ਕੀਤੇ ਨੇ ਉਹ ਸਾਡੇ ਪਾਸ ਹੋਣੇ ਚਾਹੀਦੇ ਨੇ, ਉਹ ਰਾਸ਼ਟਰਪਤੀ ਸਾਹਿਬ ਕੋਲੇ ਨਹੀਂ ਜਾ ਰਹੇ। ਸੋ ਸੰਵਿਧਾਨਿਕ ਬੈਂਚ ਹੈ ਜਿਹੜੀ ਸੁਪਰੀਮ ਕੋਰਟ, ਉਹਦੇ ਕੋਲੋਂ ਵੀ ਸੂਬੇ ਦੀ ਸਰਕਾਰ ਸੁਪਰੀਮ ਕੋਰਟ 'ਚ ਪਹੁੰਚ ਕਰਕੇ ਮੰਗ ਕਰ ਸਕਦੀ ਹੈ ਕਿ ਕਨਸਟੀਟਿਊਸ਼ਨਲ ਬੈਂਚ ਬਣਾ ਕੇ ਇਸ ਮਸਲੇ ਦਾ ਨਿਪਟਾਰਾ ਕੀਤਾ ਜਾਵੇ। ਸੋ ਕਾਨੂੰਨੀ ਗੱਲਾਂ ਬਹੁਤ ਦੂਰ ਤੱਕ ਜਾ ਸਕਦੀਆਂ ਨੇ। ਮੈਂ ਅੱਗੇ ਵੀ ਕਹਿਣਾ, ਪੰਜਾਬ ਦੀ ਸਾਰੀ ਕਿਸਾਨ ਮੋਰਚੇ ਨੂੰ ਪੰਜਾਬ ਵਿਧਾਨ ਸਭਾ ਦੇ ਪਾਸ ਕੀਤੇ ਬਿੱਲਾਂ ਤੇ ਮਤਿਆਂ ਤੇ ਪਹਿਰਾ ਦੇਣਾ ਚਾਹੀਦਾ ਹੈ। ਮੈਂ ਹੈਰਾਨ ਹਾਂ ਗਗਨ ਜੀ ਕਿ ਕਿਸਾਨ ਮੋਰਚੇ ਨੇ ਜਾਂ ਕਿਸਾਨ ਸੰਗਠਨਾਂ ਨੇ ਭਾਵੇਂ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤੀ ਹੈ, ਭਾਵੇਂ ਉਹਨਾਂ ਨੇ ਕੋਈ ਵੱਡੇ ਪ੍ਰੋਗਰਾਮ ਦਿੱਤੇ ਨੇ, ਉਹਨਾਂ ਨੇ ਇਸ ਏਜੰਡੇ ਨੂੰ ਮੁੱਖ ਰੂਪ 'ਚ ਅੱਗੇ ਨਹੀਂ ਲਿਆਂਦਾ
ਕਿ ਪੰਜਾਬ ਦੀ ਵਿਧਾਨ ਸਭਾ 'ਚ ਪਾਸ ਸਾਡੇ ਖੇਤੀ ਕਾਨੂੰਨਾਂ ਨੂੰ ਵੀ ਗਵਰਨਰ ਤੋਂ ਰਾਸ਼ਟਰਪਤੀ ਤੱਕ ਪਹੁੰਚਾਇਆ ਜਾਵੇ ਤੇ ਉਹਨਾਂ ਨੂੰ ਪਾਸ ਕੀਤਾ ਜਾਵੇ। ਸੋ ਪੰਜਾਬ ਦੀ ਵਿਧਾਨ ਸਭਾ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਇਹ ਕੋਈ ਖੇਡ ਵਾਲਾ ਸਟੇਡੀਅਮ ਨਹੀਂ ਹੈਗੀ। ਪੰਜਾਬ ਦੀ ਵਿਧਾਨ ਸਭਾ ਲੱਖਾਂ ਕਰੋੜਾਂ ਰੁਪਏ ਸੂਬੇ ਦੇ ਲੱਗਦੇ ਨੇ ਔਰ ਪੰਜਾਬ ਦੀ ਵਿਧਾਨ ਸਭਾ 'ਚ ਪਾਸ ਕੀਤੇ ਖੇਤੀ ਕਾਨੂੰਨਾਂ ਦੀ ਵੀ ਬੁੱਕਤ ਹੈ। ਸਾਡੇ ਕਿਸਾਨਾਂ ਨੂੰ ਇਹ ਵੀ ਸਮਝਣਾ ਪਊਗਾ। ਇਕੱਲੇ ਕੇਂਦਰ ਦੇ ਦੇਖੋ, ਇੱਕ ਪਾਸੇ ਸਾਡੇ ਕਿਸਾਨ ਬਾਰ-ਬਾਰ ਕੇਂਦਰ ਅੱਗੇ ਵੀ ਗੱਲ ਕਰਦੇ ਨੇ, ਥਾਂ-ਥਾਂ ਗੱਲ ਕਰਦੇ ਨੇ ਵੀ ਖੇਤੀ ਦੇ ਕਾਨੂੰਨ ਬਣਾਉਣਾ ਸੂਬੇ ਦਾ ਅਧਿਕਾਰ ਹੈ, ਤੇ ਫਿਰ ਜਿਹੜੇ ਸੂਬੇ ਨੇ ਖੇਤੀ ਕਾਨੂੰਨ ਪਾਸ ਕੀਤੇ, ਸੋਧ ਬਿੱਲ ਪਾਸ ਕੀਤੇ, ਉਹਨਾਂ ਤੇ ਕੋਈ ਪਹਿਰਾ ਨਹੀਂ। ਸੋ ਕਈ ਵਾਰੀ ਅਸੀਂ ਆਮ ਤੌਰ ਤੇ, ਚਲੋ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ, ਪਰ ਕਈ ਵਾਰੀ ਅਸੀਂ ਅਣਜਾਣ ਪੁਣੇ ਦੇ ਵਿੱਚ ਉਹਨਾਂ ਗੱਲਾਂ ਤੇ ਪਹਿਰਾ ਨਹੀਂ ਦਿੰਦੇ ਜਿਨ੍ਹਾਂ ਤੇ ਪਹਿਰਾ ਦੇਣਾ ਬੜਾ ਜ਼ਰੂਰੀ ਹੈ। ਠੀਕ ਹੈ, ਕਿਸਾਨ ਆਪਣੀ ਉਸ ਜ਼ਿੱਦ ਤੇ ਕਾਇਮ ਰਹਿਣ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਾਉਣੇ ਨੇ। ਇਹ ਕਿਸਾਨਾਂ ਦਾ ਵਿਸ਼ਾ, ਅਸੀਂ ਸਮਰਥਨ ਵੀ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਾਂ, ਪਰ ਫਿਰ ਵੀ ਉਹਨਾਂ ਨੂੰ ਸਾਰੇ ਪਾਸੇ ਦੀ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੈ ਕਿਸਾਨਾਂ ਲਈ। ਸੋ ਅੱਖਾਂ ਬੰਦ ਕਰਕੇ ਕਾਰ, ਸਕੂਟਰ, ਸਾਈਕਲ ਨਹੀਂ ਚਲਾਇਆ ਜਾ ਸਕਦਾ। ਸੋ ਪੰਜਾਬ ਵਿਧਾਨ ਸਭਾ 'ਚ ਜਿਹੜੇ ਖੇਤੀ ਕਾਨੂੰਨ ਪਾਸ ਹੋਏ ਨੇ ਉਹਨਾਂ ਦੀ ਬਹੁਤ ਮਹੱਤਤਾ। ਇਸ ਪਾਸੇ ਰਾਜਨੀਤੀ ਤੋਂ ਉੱਪਰ ਹੋ ਕੇ ਸੋਚਣਾ ਪਊਗਾ। ਇਹ ਸੋਚਣ ਦੀ ਲੋੜ ਨਹੀਂ ਵੀ ਹੁਣ ਆਮ ਆਦਮੀ ਪਾਰਟੀ ਨੇ ਵਿਰੋਧ ਕਰਤਾ, ਅਕਾਲੀ ਦਲ ਨੇ ਵਿਰੋਧ ਕਰਤਾ। ਇਹ ਸੋਚ ਕੇ ਵਿਰੋਧ ਕਰਨ ਦੀ ਲੋੜ ਨਹੀਂ ਵੀ ਕੈਪਟਨ ਅਮਰਿੰਦਰ ਨੇ ਵਿਧਾਨ ਸਭਾ 'ਚ ਮਤੇ ਲਿਆਂਦੇ ਸੀ। ਉਹਦੀ ਤਾਂ ਸਰਕਾਰ ਹੈ ਕੈਪਟਨ ਅਮਰਿੰਦਰ ਦੀ, ਉਹਨੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ। ਮੰਗ ਵੀ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਕੈਪਟਨ ਤੋਂ ਹੀ ਕਰਦੀਆਂ ਨੇ ਨਾ, ਵੀ ਕੈਪਟਨ ਅਮਰਿੰਦਰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ। ਜਦੋਂ ਸੈਸ਼ਨ ਬੁਲਾ ਕੇ ਮਤੇ ਪਾਸ ਹੋਏ ਉਦੋਂ ਸਰਬਸੰਮਤੀ ਨਾਲ ਪਾਸ ਹੋਏ। ਬਾਅਦ 'ਚ ਇਹ ਸੋਚ ਕੇ ਅਸੀਂ ਵਿਰੋਧ ਕਰੀਏ ਵੀ ਕਿਤੇ ਕੈਪਟਨ ਸਿਆਸੀ ਫਾਇਦਾ ਨਾ ਲੈ ਜੇ। ਉਹ ਪੰਜਾਬ ਦੇ ਹਿੱਤ ਦੇ ਜਿਹੜੇ ਨੇ ਖੇਤੀ ਸੋਧ ਮਤੇ ਪਾਸ ਹੋਏ ਸੀ ਪੰਜਾਬ ਦੀ ਵਿਧਾਨ ਸਭਾ 'ਚ। ਸੋ 19 ਤਰੀਕ ਨੂੰ ਮੰਤਰੀ ਮੰਡਲ ਦੀ ਬੈਠਕ 'ਚ ਕੈਪਟਨ ਅਮਰਿੰਦਰ ਫਿਰ ਵਿਧਾਨ ਸਭਾ ਦੀਆਂ ਤਰੀਕਾਂ ਦੇ ਐਲਾਨ ਕਰਨਗੇ ਤਾਂ ਕਿ ਨਵੇਂ ਸਿਰੇ ਤੋਂ ਜਿਹੜੇ ਸੋਧ ਮਤੇ ਨੇ ਵਿਧਾਨ ਸਭਾ 'ਚ ਦੁਬਾਰਾ ਇਹਨਾਂ ਨੂੰ ਖੇਤੀ ਕੇਂਦਰ ਵਾਲੇ ਕਾਨੂੰਨਾਂ ਨੂੰ ਰੱਦ ਕਰਕੇ ਸੋਧ ਮਤੇ ਲਿਆਂਦੇ ਜਾਣ। 3 ਸਾਲ ਦੀ ਸਜ਼ਾ ਵਾਲਾ ਜਿਹੜਾ ਬਿੱਲ ਹੈ ਉਹ ਦੁਬਾਰਾ ਪਾਸ ਕੀਤਾ ਜਾਵੇ। ਸੋ ਮੈਨੂੰ ਲੱਗਦਾ ਕਿ ਵਿਧਾਨ ਸਭਾ ਦਾ ਸੈਸ਼ਨ ਬੜਾ ਅਹਿਮ ਹੋਊਗਾ। ਔਰ ਪੁਰਾਣੇ ਸਮਿਆਂ 'ਚ ਜਿਹੜੇ ਕੰਟਰੈਕਟ ਫਾਰਮਿੰਗ ਨਾਲ ਜੁੜੇ ਕਈ ਕਾਨੂੰਨ ਸੀ, ਬਹੁਤ ਸਾਰੇ ਕਾਨੂੰਨ ਸੀ ਪੰਜਾਬ 'ਚ ਜਿਨ੍ਹਾਂ ਦਾ ਕਿਸਾਨ ਵਿਰੋਧ ਕਰਦੇ ਸੀ ਜਾਂ ਵਿਰੋਧੀ ਪਾਰਟੀਆਂ ਵਿਰੋਧ ਕਰਦੀਆਂ ਨੇ। ਮੈਨੂੰ ਸੰਭਾਵਨਾ ਹੈ ਕਿ ਕੈਪਟਨ ਅਮਰਿੰਦਰ ਉਹਨਾਂ ਨੂੰ ਰੱਦ ਕਰੂਗਾ। ਔਰ ਮੈਨੂੰ ਇਹ ਵੀ ਸੰਭਾਵਨਾ ਹੈ ਕਿ ਇਸ ਵਿਧਾਨ ਸਭਾ ਸੈਸ਼ਨ 'ਚ ਪੰਜਾਬ ਦੀਆਂ ਸਬਜ਼ੀਆਂ ਨਾਲ ਜੁੜਿਆ ਕੋਈ ਨਾ ਕੋਈ ਕਾਨੂੰਨ ਲਿਆਇਆ ਜਾਊਗਾ ਔਰ ਸਬਜ਼ੀਆਂ ਤੇ MSP ਲਾਈ ਜਾਏਗੀ। ਇਹ ਮੈਨੂੰ ਆਸ ਹੈ। ਉਧਰ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨੀ ਅੰਦੋਲਨ ਦਾ ਹੱਲ ਜਲਦ ਹੋਣਾ ਚਾਹੀਦਾ ਹੈ ਤੇ ਸਰਕਾਰ ਲਗਾਤਾਰ ਇਸ ਮਸਲੇ ਨੂੰ ਲਮਕਾ ਕੇ ਕਿਸਾਨਾਂ ਨੂੰ ਦਿੱਕਤ ਦੇ ਵਿੱਚ ਪਾ ਰਹੀ ਹੈ। आज चौधरी छोटू राम की जयंती है और जो ये मार्केटिंग बनी है मंडियाँ, ये चौधरी छोटू राम ने बनाई थी। वो किसान नेता थे। आज हर साल उनकी स्थापना मनाई जाती है और जो किसान इतने दिन से बैठे हैं, मेरा सरकार से आग्रह है कि बातचीत शुरू करके इसका समाधान करें और तुरंत जो है किसानों की बात मानें। और सर इसके बहुत लंबा हो गया ताकि किसान अपने घर लौटें, अपना काम संभालें। सर आज बजट सत्र आने वाला है हरियाणा का, किस तरीके के सर मुद्दे रहने वाले हैं, किस तरीके से सरकार को सर घेरा जाए? मुद्दे ही मुद्दे हैं कि ये सरकार विफल है। इसने हरियाणा को कर्जे में डुबोने का काम किया है। 2014 में 60,000 करोड़ रुपया कर्जा था हरियाणा सरकार पे, जिसमें पावर प्लांट भी बने, यूनिवर्सिटियाँ भी बनी। हरियाणा बना जब से लेकर 66 से लेकर 2014 तक, और 2014 से लेकर अब तक 2 लाख से भी ज़्यादा, 2 लाख करोड़ से भी ज़्यादा कर्जा हो गया। जबकि ना कोई रेलवे लाइन बनाई है, ना कोई मेट्रो बिछाई है, ना कोई यूनिवर्सिटी बनाई है, ना कोई पावर प्लांट लगाया है। कोई ऐसा काम नहीं किया है ਜੋ ਦਿਖਾਈ ਦੇ ਰਿਹਾ। ਉਧਰ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਵੱਖੋ ਵੱਖਰੀਆਂ ਸਿਆਸੀ ਧਿਰਾਂ ਦੇ ਸਿਆਸੀ ਆਗੂਆਂ ਦੇ ਬਿਆਨ ਦਿਸ਼ਾ ਰਵੀ ਦੇ ਹੱਕ ਦੇ ਵਿੱਚ ਨੇ ਅਤੇ ਭਾਜਪਾ ਸਰਕਾਰ ਨੂੰ ਘੇਰਨ ਦੀ ਕੜੀ ਦੇ ਵਿੱਚ ਜੁੜੇ ਹੋਏ ਨੇ। ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਹੈ ਕਿ ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰਨਾ ਮੰਦਭਾਗਾ ਹੈ ਤੇ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਤੇ ਜਲਦ ਤੋਂ ਜਲਦ ਦਿਸ਼ਾ ਰਵੀ ਦੀ ਗ੍ਰਿਫਤਾਰੀ ਨਹੀਂ ਬਲਕਿ ਉਸ ਦੀ ਜ਼ਮਾਨਤ ਹੋਣੀ ਚਾਹੀਦੀ ਹੈ। ਦੋ ਮਸਲੇ ਹੈ, ਤੁਸੀਂ ਗ੍ਰਿਫਤਾਰੀਆਂ ਦੀ ਗੱਲ ਕਰ ਰਹੇ ਹੋ। ਗ੍ਰਿਫਤਾਰੀਆਂ ਦਾ ਆਲਮ ਤਾਂ ਆ ਹੋਇਆ ਖੜਾ ਵੀ ਕੱਲ੍ਹ ਉਸ ਬੱਚੀ ਨੂੰ 21 ਸਾਲ ਦੀ ਬੱਚੀ ਨੂੰ ਦਿਸ਼ਾ ਰਵੀ ਜਿਹੜੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ। ਉਹਦੇ ਵਾਸਤੇ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਆ ਬੇਨਤੀ ਕਰੂੰਗਾ, ਸੰਭਲ ਜਾਓ, ਹੋਸ਼ 'ਚ ਆ ਜਾਓ। ਉਹ ਜਿਹੜੀਆਂ ਕਿੱਲਾਂ ਸਿੰਘੂ ਬਾਰਡਰ 'ਤੇ ਇਹਨਾਂ ਨੇ ਸੜਕ 'ਚ ਠੋਕੀਆਂ, ਉਹ ਸੜਕ 'ਚ ਨਹੀਂ ਠੋਕੀਆਂ, ਉਹ ਲੋਕਤੰਤਰ ਦੀ ਹਿੱਕ ਦੇ ਵਿੱਚ ਠੋਕੀਆਂ, ਲੋਕਤੰਤਰ ਦੀ ਛਾਤੀ ਦੇ ਵਿੱਚ ਠੋਕੀਆਂ।
ਹੁਣ ਲੋਕਾਂ ਤੇ ਨਿਰਭਰ ਕਰਦਾ ਹੈ ਵੀ ਜੇ ਲੋਕ ਜਾਗ ਗਏ, ਲੋਕ ਹੌਸਲੇ 'ਚ ਆ ਕੇ ਖੜ ਗਏ, ਇਸ ਗੱਲ ਨੂੰ ਸਮਝ ਗਏ, ਤਾਂ ਉਹੀ ਕਿੱਲਾ ਜਿਸ ਤਰ੍ਹਾਂ ਲਾਲਾ ਲਾਜਪਤ ਰਾਏ ਜੀ ਨੇ ਕਿਹਾ ਸੀਗਾ ਜਦੋਂ ਉਹਨਾਂ ਦੇ ਛਾਤੀ ਤੇ ਡਾਂਗਾ ਮਾਰੀਆਂ ਸੀਗੀਆਂ ਵੀ एक एक लाठी जो मेरे सीने पे लगी है वो इस अंग्रेज़ शासन के ताबूत में एक एक कील साबित होगी। ਅੱਜ ਦੇਸ਼ ਦੇ ਲੋਕਾਂ ਤੇ ਨਿਰਭਰ ਕਰਦਾ ਹੈ ਵੀ ਜੇ ਇਕੱਠੇ ਹੋ ਗਏ ਤੇ ਆ ਜਿਹੜੀ ਕ੍ਰਾਂਤੀ ਲੋਕ ਜਿਹੜੀ ਲਹਿਰ ਚੱਲੀ ਹੈ ਇਹਨਾਂ ਕਿੱਲਾਂ ਨੂੰ ਤਾਨਾਸ਼ਾਹੀ ਸਰਕਾਰ ਦੇ ਤਾਬੂਤ 'ਚ ਇੱਕ ਇੱਕ ਕਿੱਲ ਸਾਬਿਤ ਕਰਨਾ ਲੋਕਾਂ ਦੇ ਉੱਤੇ ਹੈ। ਨਹੀਂ ਤਾਂ ਲੋਕਤੰਤਰ ਦੇ 'ਚ ਹੱਤਿਆ ਜਿਹੜੀ ਉੱਥੇ ਹੋਈ ਹੈ ਉਹ ਹੋ ਰਹੀ ਹੈ, ਉਹਨੂੰ ਦਿਸ਼ਾ ਰਵੀ ਤੋਂ ਇਹਨਾਂ ਨੂੰ ਖਤਰਾ ਨਹੀਂ। ਇਹਨਾਂ ਨੇ ਇੱਕ ਸੁਨੇਹਾ ਦਿੱਤਾ ਹੈ ਵੀ ਦੇਖਿਓ ਜੇ ਕਿਤੇ ਤੁਹਾਡੇ ਵਰਗੇ ਜਰਨਲਿਸਟ ਜਾਂ ਕੋਈ ਸੁਨੀਲ ਵਰਗਾ ਬੋਲਦਾ ਫਿਰਦਾ ਹੈ ਤੇ ਇਹਨਾਂ ਨੂੰ ਇੱਕ ਸੁਨੇਹਾ ਲਾਇਆ ਹੈ ਵੀ ਤੁਹਾਡਾ ਵੀ ਹਾਲ ਆਹੀ ਕਰਾਂਗੇ। ਇੱਕ ਟਵੀਟ ਮਗਰ ਉਸ ਬੱਚੀ ਨੂੰ ਇਹਨਾਂ ਨੇ 5 ਦਿਨ ਦੇ ਰਿਮਾਂਡ ਤੇ ਲੈ ਕੇ ਚਲੇ ਗਏ। ਇੱਕ ਬੱਚੀ ਕਰਕੇ ਕਹਿੰਦੇ ਆ ਵੀ ਉਹਦੇ ਤੇ ਇਲਜ਼ਾਮ ਹੈ ਉਸਨੇ ਦੇਸ਼ ਦੀ ਛਵੀ ਬਾਹਰਲੇ ਮੁਲਕਾਂ 'ਚ ਵਿਗਾੜਨ ਦਾ ਉਹਨੇ ਸਾਜ਼ਿਸ਼ ਕੀਤੀ ਹੈ। ਮੈਂ ਪੁੱਛਣਾ ਚਾਹੁੰਦਾ ਮੋਦੀ ਸਾਹਿਬ ਨੂੰ ਤੇ ਬੀਜੇਪੀ ਦੇ ਹਾਈ ਕਮਾਂਡ ਨੂੰ, ਜੇ ਉਹਨਾਂ ਦੇ ਇਲਾਵਾ ਕੋਈ ਹੋਰ ਹੈਗੇ ਨਾਗਪੁਰ 'ਚ ਬੈਠੇ ਹੈ, ਤਾਂ ਪਿਛਲੇ 6 ਸਾਲ ਤੋਂ ਕੋਈ ਦੁਨੀਆ ਦਾ ਮੁਲਕ ਨਹੀਂ ਛੱਡਿਆ ਮੋਦੀ ਸਾਹਿਬ ਨੇ ਜਿੱਥੇ ਜਾ ਕੇ ਇਹਨਾਂ ਨੇ ਆ ਨਹੀਂ ਅਖਾੜਾ ਲਾਇਆ भी मैं देश की छवि बनाने जा रहा हूँ, देश की इमेज मैंने बड़ी चमकाई है। वहाँ पे 6 सालों की चमकाई इमेज हज़ारां करोड़ रुपया खर्च करता तो एक बच्ची ने आके एक लाइन नाल ਉਹਦੇ ਤੇ ਹੁੰਝਾ ਫੇਰਤਾ ਤਾਂ ਫਿਰ ਉਸ ਬੱਚੀ ਨੂੰ ਪ੍ਰਧਾਨ ਮੰਤਰੀ ਬਣਾ ਦਈਏ ਜਿਹੜੀ ਇੱਕ ਕਲਮ ਨਾਲ ਦੇਸ਼ ਦਾ ਨੁਕਸਾਨ ਕਰ ਸਕਦੀ ਹੈ, ਉਹ ਦੇਸ਼ ਨੂੰ ਬਣਾ ਵੀ ਸਕਦੀ ਹੈ। ਉਸ ਦਾ ਹਿਸਾਬ ਦੇਣ ਬੀਜੇਪੀ ਵਾਲੇ ਕਰੀ ਕੀ ਜਾਂਦੇ। ਇਹ ਤਾਂ ਲੋਕਾਂ ਦਾ ਆਵਾਜ਼ ਦਬਾਉਣ ਦਾ ਪ੍ਰਯਾਸ ਕਰ ਰਹੇ ਹੈ ਜੋ ਲੋਕਾਂ ਨੂੰ ਸਮਝਣਾ ਪਊਗਾ। ਉਧਰ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਨਵਰੀਤ ਦੇ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਪਾਲ ਖਹਿਰਾ ਦੇ ਨਾਲ ਨਵਰੀਤ ਦੇ ਦਾਦਾ ਵੀ ਮੌਜੂਦ ਸੀ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਲਦ ਨਵਰੀਤ ਅਤੇ ਹੋਰ ਕਿਸਾਨ ਜੋ ਲਗਾਤਾਰ ਪੁਲਿਸ ਦੀ ਹਜੇ ਤੱਕ ਹਿਰਾਸਤ ਦੇ ਵਿੱਚ ਨੇ ਉਹਨਾਂ ਦੇ ਲਈ ਇੱਕ ਵੱਡਾ ਸੰਘਰਸ਼ ਕਰਾਂਗੇ ਤੇ ਉਹਨਾਂ ਨੂੰ ਰਿਹਾ ਕਰਵਾਵਾਂਗੇ। ਤੇ ਇਸ ਮੌਕੇ ਦੇ ਉੱਤੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਵੀ ਅਹਿਮ ਟਿੱਪਣੀ ਕੀਤੀ ਹੈ। ਵੈਸੇ ਮੇਰੀ ਇੱਕ ਬੇਨਤੀ ਆ, ਜੇਕਰ ਕੋਈ ਸਾਰੇ ਇਸ ਤੋਂ ਚੱਲਦੇ, ਮੈਂ ਇਹਨਾਂ ਨਾਲ ਵੀ ਥੋੜੀ ਡਿਸਕਸ਼ਨ ਕੀਤੀ ਆ ਕਿ ਠੀਕ ਹੈ ਕਿਸਾਨ ਜਥੇਬੰਦੀਆਂ ਬਹੁਤ ਅੱਛਾ ਕੰਮ ਕਰ ਰਹੀਆਂ, ਉਹਨਾਂ ਦਾ ਇੱਕ ਸਪੈਸੀਫਿਕ ਏਜੰਡਾ ਵਾ ਕਿ ਅਸੀਂ 3 ਫਾਰਮ ਲਾਜ਼ ਨੂੰ ਰਿਪੀਲ ਕਰਾਉਣਾ ਵਾ। ਉਹ ਉਸ ਦਾਇਰੇ ਤੋਂ ਬਾਹਰ ਸ਼ਾਇਦ ਉਹਨਾਂ ਦੀ ਮੁਸ਼ਕਲਾਤ ਵੀ ਆ ਕਿ ਉਹ ਕਿਸੇ ਵੀ ਸੂਬੇ ਦੀ ਜਾਂ ਕਿਸੇ ਇੱਕ ਵਿਸ਼ੇਸ਼ ਵਰਗ ਦੀ ਗੱਲ ਨਹੀਂ ਕਰਦੇ। ਪਰ ਪੰਜਾਬ ਦੇ ਲੋਕਾਂ ਨੂੰ ਮੇਰੀ ਅਪੀਲ ਆ ਕਿ ਆਪਾਂ ਸਭ ਨੂੰ ਘੱਟੋ ਘੱਟ ਹਾਂ ਦਾ ਨਾਰਾ ਤਾਂ ਮਾਰਨਾ ਚਾਹੀਦਾ ਜਿਹੜੇ ਲੋਕ ਵਿਕਟਮਾਈਜ਼ ਹੋਏ ਨੇ। ਮੇਰੀ ਕੁਝ ਲਾਈਕ ਮਾਈਂਡਡ ਬੰਦਿਆਂ ਨਾਲ ਗੱਲ ਹੋਈ ਹੈ ਤੇ ਕੁਝ ਨਾਲ ਮੈਂ ਕਰੂੰਗਾ ਕਿ ਆਓ ਆਪਾਂ ਇੱਕ ਉਸ ਨੂੰ ਕੋਈ ਨਾਮ ਦੇ ਦਿਓ, ਉਹਨੂੰ ਐਕਸ਼ਨ ਕਮੇਟੀ ਨਾਮ ਦੇ ਦਿਓ, ਉਹਨੂੰ ਡਿਫੈਂਸ ਕਮੇਟੀ ਨਾਮ ਦੇ ਦਿਓ। ਇੱਕ ਕੁਝ ਬੰਦੇ ਇਕੱਠੇ ਹੋ ਕੇ ਜਿੰਨੇ ਨੌਜਵਾਨ ਜਿਹਨਾਂ ਦੇ ਪਰਚੇ ਦਰਜ ਕੀਤੇ ਗਏ ਨੇ, ਯੁਆਪਾ ਲਾਈ ਗਈ ਆ ਜਾਂ ਜਿਹੜੇ ਅੰਦਰ ਫੜ ਕੇ ਅੰਦਰ ਦੇ ਦਿੱਤੇ, ਕੁਝ ਬਜ਼ੁਰਗ ਵੀ ਨੇ ਉਹਨਾਂ ਦੇ ਵਿੱਚ, ਜਾਂ ਨੋਦੀਪ ਕੌਰ ਹੈ ਜਾਂ ਦੀਪ ਸਿੱਧੂ ਹੈ ਜਾਂ ਲੱਖਾ ਸਿਧਾਣਾ, ਇਹਨਾਂ ਦੀ ਹਿਫਾਜ਼ਤ ਕਰਨ ਵਾਸਤੇ ਸਾਨੂੰ ਮੂਹਰੇ ਆਉਣਾ ਚਾਹੀਦਾ। ਕੌਣ ਵੀ ਵਿਲ ਨਾਟ ਗੋ ਇਨਟੂ ਦ ਮੈਰਿਟਸ ਐਂਡ ਡੀਮੈਰਿਟਸ ਆਫ ਵਾਟ ਹੈਪਨਡ ਵਾਟ ਨਾਟ ਹੈਪਨਡ, ਪਰ ਜੇ ਆਪਾਂ ਇਹਨਾਂ ਨੂੰ ਅਸੀਂ ਸਾਰੇ ਡਿਸਓਨ ਕਰ ਦਾਂਗੇ ਪੰਜਾਬ ਦੇ ਲੋਕ, ਤੇ ਫਿਰ ਇਹਨਾਂ ਦੀ ਹਿਫਾਜ਼ਤ ਕੌਣ ਕਰੂਗਾ? ਫਿਰ ਤਾਂ ਇਹ ਦੇ ਵਿਲ ਬਿਕਮ scapegoats of easy scapegoats for the BJP to blame everything on them and disturb and destroy and torpedo the kisan farmers agitation. So ਮੇਰੀ ਕਾਲ ਹੈ ਕਿ ਜਿਹੜੇ ਲੋਕ ਇਸ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ। ਹਾਂ, ਉਹ ਤਾਂ ਚਲੋ he is already doing a lot of good social work for farmers agitation, not only farmers agitation but also I was watching ਕਿ ਉੱਤਰਾਖੰਡ 'ਚ ਜਿੱਥੇ ਹੁਣੇ ਐਡਾ ਵੱਡਾ ਮਨੁੱਖਤਾ ਦਾ ਉੱਥੇ ਵੀ ਪਹੁੰਚੇ ਹੋਏ ਨੇ ਸੇਵਾ ਕਰਨ ਲਈ, ਉਹਨਾਂ ਦੀ ਤਾਂ ਮੈਂ ਨੋਟ ਅਸੀਂ ਉਹਨਾਂ ਨਾਲ ਵੀ ਸੰਪਰਕ ਕਰਾਂਗੇ। ਵੈਸੇ ਇਟਸ ਅੱਛਾ ਤੁਸੀਂ ਸੁਜੈਸਟ ਕੀਤਾ ਵਾ। ਆਈ ਵਿਲ ਆਲਸੋ ਪਰਸਨਲੀ ਟਾਕ ਟੂ ਹਿਮ ਕਿ ਵੈਦਰ ਹੀ ਇਜ਼ ਨਾਟ ਹੇਅਰ ਬਟ ਇਫ ਹੀ ਕੈਨ ਬੀ ਅ ਪਾਰਟ ਆਫ ਦਿਸ ਮੂਵਮੈਂਟ ਟੂ ਫਾਈਟ ਰਿਪਰੈਸ਼ਨ। ਉਧਰ ਲਗਾਤਾਰ ਦੇਸ਼ ਦੇ ਵਿੱਚ ਵਧ ਰਹੀਆਂ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੇ ਹੁਣ ਆਮ ਲੋਕਾਂ ਦੀ ਜੇਬ ਦੇ ਉੱਤੇ ਵੱਡਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਪੈਟਰੋਲ 90 ਰੁਪਏ ਅਤੇ ਡੀਜ਼ਲ 80 ਰੁਪਏ ਤੋਂ ਪਾਰ ਹੋ ਚੁੱਕਿਆ ਹੈ, ਜਿਸ ਨੂੰ ਲੈ ਕੇ ਹੁਣ ਹਰ ਕੋਈ ਵੱਖੋ ਵੱਖਰੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕੇਂਦਰ ਸਰਕਾਰ ਨੂੰ ਅਪੀਲ ਹੋ ਰਹੀ ਹੈ ਕਿ ਇਹਨਾਂ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਉੱਤੇ ਲਗਾਮ ਲਗਾਈ ਜਾਵੇ। ਇਸ ਨੂੰ ਲੈ ਕੇ ਕਾਂਗਰਸ ਵੀ ਲਗਾਤਾਰ ਹੁਣ ਭਾਜਪਾ ਨੂੰ ਘੇਰਨ ਦੀ ਦੌੜ ਦੇ ਵਿੱਚ ਹੈ ਤੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਹੁਣ ਆਮ ਲੋਕਾਂ ਦੇ ਉੱਤੇ ਨਵੇਂ ਟੈਕਸ ਜੋੜੇ ਜਾ ਰਹੇ ਨੇ ਜਿਸ ਕਰਕੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਨੇ।
देखिए, मोदी टैक्स ये है कि 6 साल से 7 साल से जनता के साथ जो पैसा लूटा जा रहा है, 800% से ज़्यादा डीजल पे बढ़ाना और लोगों की जेब से जो लूटना, ये मोदी टैक्स नहीं है तो क्या है? और इसका फ़ायदा किसका हो? करीब 20 लाख करोड़ से ज़्यादा का पैसे लोग लूट चुके हैं। ये पैसा जाता कहाँ पे है? अगर आप आरबीआई से भी पैसा लूटते हैं, जनता से भी पैसा लूटते हैं, वैट जीएसटी भी बढ़ाते हैं, तो पैसा जा कहाँ रहा है? जनता तो पूछेगी। और कहीं ना कहीं इन मुद्दों से ध्यान भटका के दूसरों मुद्दों पे ध्यान लेके जाना, जिससे जनता इसके ऊपर गुस्सा ना हो। पर अब जनता समझ जाइए इनकी हकीकत, और जिस प्रकार से अभी लूट हो रही है, मुझे लगता है कि जो वसूली केंद्र उन्होंने दोस्तों के लिए जो चालू किया है, जनता इसका मुंह तोड़ जवाब देगी। कांग्रेस का स्टैंड बहुत क्लियर है कि जो आपने 6 साल में जो बढ़ोतरी की है उसको आप वापस लेंगे, तो भी जो आज के जो रेट है उससे कम 40 से 45% रेट कम हो जाएंगे। तो हमारी एक ही मांग है कि 6 साल में जो उन्होंने मोदी टैक्स बढ़ाया है उसको कुछ भी करके कम करे और जनता को राहत दे। 820% डीजल पे, 258% पेट्रोल पे, ये अपने आप में पेट्रोल की और डीजल की कीमतों को आसमान तक ले गया है। इसी को अगर वापस ले लें तो दिल्ली में 61 रुपये पे पेट्रोल और 47 रुपये पे डीजल बिकेगा और लोगों को राहत मिलेगी। हम ये मांग बार बार दोहराते हैं सरकार से कि ये तुरंत किया जाए। ਉਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਹੋਣੀਆਂ ਨੇ, ਜਿਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਤੌਰ ਦੇ ਉੱਤੇ ਵੱਖੋ ਵੱਖਰੀਆਂ ਪਾਰਟੀਆਂ ਦੀਆਂ ਪ੍ਰੈਸ ਕਾਨਫਰੰਸਾਂ ਸ਼ੁਰੂ ਹੋ ਚੁੱਕੀਆਂ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਬੀਤੇ ਦਿਨ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਮੈਡੀਕਲ ਸਹੂਲਤ ਦੇ ਲਈ ਵੱਖੋ ਵੱਖਰੇ ਪ੍ਰਬੰਧ ਕੀਤੇ ਜਾ ਰਹੇ ਨੇ, ਜਿਨ੍ਹਾਂ ਦਾ ਉਦਘਾਟਨ ਆਉਣ ਵਾਲੀ ਮਾਰਚ ਦੇ ਵਿੱਚ ਹੋ ਜਾਵੇਗਾ। ਤੇ ਇਸ ਨੂੰ ਲੈ ਕੇ ਉਧਰ ਪਰਮਜੀਤ ਸਰਨਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਵੱਡੇ ਸ਼ਬਦੀ ਵਾਰ ਨੇ ਜੋ ਮਨਜਿੰਦਰ ਸਿਰਸਾ ਦੇ ਸਮੇਤ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਲਾਏ ਨੇ। बड़ी वड्डी खुशखबरी भी आ और ब्रेकिंग न्यूज़ भी आ। गुरु साहब की रहमत बख्शी सदके अज किसान अंदोलन च अरेस्ट किए 6 लोगों की होर जमानत हुई, जिस दे अंदर एक बलविंदर सिंह जो कि दिल्ली के रोहिणी रहने वाले ने, और 5 होर साडे किसान वीर नौजवान बच्चे सरदार सुखजिंदर सिंह जी, सरदार सुकरत सिंह, ये दोवें ही मानसा तो ने, सरदार लखवीर सिंह, सरदार सिमरजीत सिंह, सरदार संदीप सिंह, ये बंगी निहाल सिंह बठिंडा तो ने। पश्चिम विहार की FIR नंबर 22 जिस च इन्होंने अरेस्ट किया गया सीगा। मैं जिथे जुडिशरी का धन्यवाद करदा, जिन्हें सानू पूरा विश्वास आ, उत्थे ही अपनी सारी लीगल टीम का बहुत धन्यवाद करता, खास तौर पर संजीव निसार साहब का, BK शर्मा साहब का, जसप्रीत राय जी का, हरपनीत कौर राय जी का, और सरदार जसजीत सिंह जी ढिल्लों साहब, जसदीप सिंह जी ढिल्लों साहब का, जगदीप सिंह जी कालों साहब का। साडी सारी लीगल टीम दिन रात मेहनत कर रही है और इन्होंने लोगों को बाहर कढ़ने वास्ते। मैं सब के परिवारों को आश्वासन दिवाना चाहना है जोड़े लोग अजे तक जेल च ने, उन्होंने जमानतां भी बहुत जल्द होणगियां। और मैं विशेष तौर पर संयुक्त किसान मोर्चे के सारी लीगल टीम का और खास तौर पर भंगू साहब का भी धन्यवाद करदा है, जोड़े हर केस को मन्यूटली मोनीटर करते पे ने। मैं सारे उन्होंने लोगों का धन्यवाद करदा जो साडे सहयोग दे रहे हैं, और परिवारों को विश्वास दिवाने हैं कि जल्दी ही बाकी लोगों दी जमानतां होणगियां और सारे जल्दी बहुत जल्दी बाहर आउणगे, और ये लड़ाई असीं उदों तक लड़ते रहांगे जदों तक इन्हां नूं सब नूं बाइज्जत बरी ना करा दईए। ਜੇਕਰ ਤੁਸੀਂ ਸਾਬਕਾ ਫੌਜੀ ਹੋ ਜਾਂ ਮੌਜੂਦਾ ਫੌਜੀ ਹੋ ਜਾਂ ਕਿਸੇ ਸ਼ਹੀਦ ਫੌਜੀ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਤੇ ਤੁਸੀਂ ਆਰਮੀ ਦੀਆਂ ਕੰਟੀਨਾਂ ਦੇ ਵਿੱਚੋਂ ਸਮਾਨ ਲੈਣ ਦੇ ਲਈ ਜਾਂਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਹੁਣ ਕੰਟੀਨਾਂ ਦੇ ਵਿੱਚ ਕੈਸ਼ ਦੀ ਵਰਤੋਂ ਦੇ ਉੱਤੇ ਸਰਕਾਰ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਇਹਨਾਂ ਫੈਸਲਿਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਦਖਲ ਦੇ ਵਿੱਚ ਲਿਆਂਦਾ ਗਿਆ ਹੈ। ਦੱਸ ਦਈਏ ਕਿ ਹੁਣ ਆਰਮੀ ਕੰਟੀਨਾਂ ਦੇ ਵਿੱਚ ਸਿਰਫ ਤੇ ਸਿਰਫ ਡੈਬਿਟ ਅਤੇ ਕ੍ਰੈਡਿਟ ਕਾਰਡ ਤੋਂ ਹੀ ਤੁਸੀਂ ਖਰੀਦਦਾਰੀ ਕਰ ਸਕੋਗੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕੰਟੀਨ ਦੇ ਵਿੱਚੋਂ ਕਰਨੀ ਹੋਵੇ। ਹਰ ਖਰੀਦਦਾਰੀ ਦੇ ਲਈ ਹੁਣ ਕੈਸ਼ ਦੀ ਵਰਤੋਂ ਨਹੀਂ ਬਲਕਿ ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਵਰਤੋਂ ਹੋਵੇਗੀ। ਇਸ ਮੌਕੇ ਦੇ ਉੱਤੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਦੇ ਨਾਲ ਆਮ ਲੋਕਾਂ ਨੂੰ ਵੀ ਸਹੂਲਤ ਹੋਵੇਗੀ ਅਤੇ ਡਾਟਾ ਕਲੈਕਟ ਕਰਨ ਵਾਲਿਆਂ ਨੂੰ ਵੀ ਵੱਡੀ ਸਹੂਲਤ ਹੋਵੇਗੀ। ਸਾਨੂੰ ਜੀ ਉੱਤੇ ਸਾਡੇ ਹੈੱਡਕੁਆਟਰ ਤੋਂ ਹੁਕਮ ਆਇਆ ਹੈ ਕਿ ਵਿਦ ਇਮੀਡੀਏਟ ਇਫੈਕਟ ਕੋਈ ਵੀ ਕੈਸ਼ ਟ੍ਰਾਂਜੈਕਸ਼ਨ ਨਹੀਂ ਹੋਏਗੀ। ਜਿੰਨੀਆਂ ਵੀ ਪੇਮੈਂਟ ਕੰਟੀਨ ਦੇ ਬਿੱਲ ਜਿੰਨੇ ਸਮਾਨ ਲਓਗੇ, ਚਾਹੇ ਉਹ ਲਿਕਰ ਹੈ ਜਾਂ ਗਰੋਸਰੀ ਸਟੋਰ ਹੈ, ਉਹ ਡਿਜੀਟਲ ਤਰੀਕੇ ਨਾਲ ਪੇਮੈਂਟ ਹੋਏਗੀ, ਯਾਨੀ ਕਿ ATM ਕਾਰਡ ਜਾਂ ਡੈਬਿਟ ਕਾਰਡ ਦੇ ਹਿਸਾਬ ਨਾਲ ਪੇਮੈਂਟ ਹੋਏਗੀ। ਇਹ ਸਰ ਕਦ ਤੋਂ ਲਾਗੂ ਹੋ ਰਿਹਾ ਜੀ? ਇਹ 15 ਆਪਣਾ ਫਰਵਰੀ ਤੋਂ ਲਾਗੂ ਹੋ ਚੁੱਕਿਆ ਹੈ ਜੀ। ਸਰ ਇਹਦੇ 'ਚ ਜਿਹੜੀਆਂ ਵਿਡੋਜ਼ ਹੈਗੀ ਕਾਫੀ ਜਿਹੜੀਆਂ ਹੈਗੀਆਂ ਪੜ੍ਹੀਆਂ ਲਿਖੀਆਂ ਨੇ, ਅੰਗੂਠਾ ਛਾਪ, ਉਹਨਾਂ ਨੂੰ ਬੈਂਕ ਵੱਲੋਂ ATM ਕਾਰਡ ਇਸ਼ੂ ਨਹੀਂ ਕੀਤੇ ਗਏ, ਤੇ ਉਹਨਾਂ ਦੀ ਜਿਹੜੀ ਹੈਗੀ ਕਿਸ ਤਰ੍ਹਾਂ ਹੱਲ ਕੀਤਾ ਜਾਊਗਾ ਉਹਨਾਂ ਦੀ ਪ੍ਰੋਬਲਮ ਦਾ? ਇਹ ਪਰਸੈਂਟੇਜ ਬਹੁਤ ਘੱਟ ਹੈ ਜੀ, ਲੇਕਿਨ ਇਹਦਾ ਡਿਸੀਜਨ ਔਨ ਦਾ ਸਪੌਟ ਕੋਈ ਇੱਦਾਂ ਦਾ ਕੇਸ ਆਏਗਾ ਤਾਂ ਉਸੇ ਹਿਸਾਬ ਨਾਲ ਲਿਆ ਜਾਏਗਾ। ਤੇ ਇਹਦੇ ਫਾਇਦੇ ਕੀ ਹੋਣਗੇ ਸਰ? ਇਹਦੇ ਫਾਇਦਾ ਜੀ, ਇੱਕ ਤਾਂ ਜੀ ਕਸਟਮਰ ਨੂੰ ਉਹਦੇ ਕੈਸ਼ ਦੀ ਇਮੀਡੀਏਟਲੀ ਰਿਸੀਟ ਮਿਲ ਗਈ ਹੈ, ਦੈਨ ਉਹਦੇ ਕੋਲ ਰਿਕਾਰਡ ਹੈ ਕਿ ਕਿਹੜੀ ਤਰੀਕ ਨੂੰ ਉਹਨੇ ਕਦੋਂ ਸਮਾਨ ਲਿਆ ਤੇ ਕਿੰਨੇ ਦਾ ਸਮਾਨ ਲਿਆ।
ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਤਾਂ ਕਿ ਇੱਥੇ ਆ ਕੇ ਦਿੱਕਤ ਨਾ ਹੋਵੇ, ਪ੍ਰੋਬਲਮ ਨਾ ਹੋਵੇ? ਜੀ ਮੇਰੀ ਅਪੀਲ ਜਿੰਨੇ ਵੀ ਸਾਡੇ ਕੰਟੀਨ ਦੇ ਕਸਟਮਰ ਹਨ ਉਹਨਾਂ ਨੂੰ ਇਹ ਹੈ ਕਿ ਵੱਧ ਤੋਂ ਵੱਧ ਲੋਕ, ਜ਼ਿਆਦਾ ਤੋਂ ਜ਼ਿਆਦਾ ਲੋਕ ਸਾਰੇ ATM ਕਾਰਡ ਲਿਆਉਣ ਤੇ ATM ਕਾਰਡ ਜਾਂ ਡੈਬਿਟ ਕਾਰਡ ਦੇ ਨਾਲ ਹੀ ਪੇਮੈਂਟ ਕਰਨ। ਉਸ ਤੋਂ ਵਿੱਚ ਸਭ ਤੋਂ ਵੱਡਾ ਫਾਇਦਾ ਹੈ ਕਿ ਕਈ ਇੱਥੇ ਸਾਡੇ ਕੋਲ ਕੇਸ ਆਏ ਨੇ ਕਿ ਉਹ ਕਹਿੰਦੇ ਨੇ ਮੇਰਾ 100 ਰੁਪਇਆ ਡਿੱਗ ਪਿਆ, ਮੇਰਾ 200 ਰੁਪਇਆ ਡਿੱਗ ਪਿਆ ਜਾਂ ਰਸਤੇ 'ਚ ਡਿੱਗ ਪਿਆ। ਇੱਦਾਂ ਜੇ ਕਾਰਡ ਦੇ ਨਾਲ ਇੱਦਾਂ ਦੀ ਕੋਈ ਵੀ ਗੱਲ ਨਹੀਂ ਹੋਏਗੀ, ਕੈਸ਼ ਦੀ ਟ੍ਰਾਂਜੈਕਸ਼ਨ ਨਹੀਂ ਹੋਏਗੀ ਤਾਂ ਕੈਸ਼ ਗੁੰਮ ਹੋਣ ਦੀ ਵੀ ਕੋਈ ਚਾਂਸ ਨਹੀਂ ਹੈ। ਬੀਤੇ ਦਿਨੀ ਪੂਰੇ ਹੀ ਵਿਸ਼ਵ ਦੇ ਵਿੱਚ ਬਸੰਤ ਪੰਚਮੀ ਦਾ ਦਿਹਾੜਾ ਪੂਰੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ। ਇਸੇ ਦਿਨ 10ਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਿਆਹ ਪੁਰਬ ਹੁੰਦਾ ਹੈ। ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਗੁਰੂ ਕੇ ਲਾਹੌਰ ਸਾਹਿਬ ਦੇ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ ਨੇ। ਇਹਨਾਂ ਸਮਾਗਮਾਂ ਦੇ ਵਿੱਚ ਸੰਗਤਾਂ ਦਾ ਵੱਡਾ ਠਾਠਾ ਮਾਰਦਾ ਇਕੱਠ ਨਜ਼ਰ ਆਇਆ। ਦੱਸ ਦਈਏ ਕਿ ਇਸ ਦਿਨ ਪੂਰੇ ਵਿਆਹ ਸਮਾਗਮ ਦੇ ਤਰੀਕੇ ਦੇ ਨਾਲ ਹੀ ਹਰ ਤਰ੍ਹਾਂ ਦੇ ਲੰਗਰ ਅਤੇ ਪਕਵਾਨ ਤਿਆਰ ਕੀਤੇ ਜਾਂਦੇ ਨੇ। ਇਸ ਮੌਕੇ ਦੇ ਉੱਤੇ ਵਿਆਹਾਂ ਦੇ ਵਿੱਚ ਵਰਤਾਈਆਂ ਜਾਣ ਵਾਲੀਆਂ ਮਠਿਆਈਆਂ ਵੀ ਵੱਡੇ ਪੱਧਰ ਦੇ ਉੱਤੇ ਲੰਗਰਾਂ ਦੇ ਵਿੱਚ ਵਰਤਾਈਆਂ ਜਾਂਦੀਆਂ ਨੇ। ਇਸ ਪੁਰਬ ਨੂੰ ਪੂਰੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਬੀਤੇ ਦਿਨ ਵੀ ਗੁਰੂ ਕਾ ਲਾਹੌਰ ਦੇ ਵਿੱਚ ਸੰਗਤਾਂ ਦਾ ਵੱਡਾ ਇਕੱਠ ਵਿਖਿਆ ਅਤੇ ਅਲੌਕਿਕ ਨਜ਼ਾਰੇ ਦੇ ਨਾਲ ਇਸ ਪੁਰਬ ਨੂੰ ਮਨਾਇਆ ਗਿਆ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡੇ ਰਾਹੀਂ ਸਮੁੱਚੇ ਹੀ ਵਿਸ਼ਵ 'ਚ ਵਸਦੇ ਗੁਰੂ ਨਾਨਕ ਨਾਮ ਲੈਵਾ ਨੂੰ, ਹਰ ਬਸ਼ਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਬਹੁਤ-ਬਹੁਤ ਵਧਾਈ ਦਿੰਦਾ। ਕਲਗੀਧਰ ਪਾਤਸ਼ਾਹ ਦਾ ਵਿਆਹ ਇਸ ਸਥਾਨ 'ਤੇ ਮਾਤਾ ਜੀਤੋ ਜੀ ਨਾਲ ਸੰਨ 1677 23 ਹਾੜ ਨੂੰ ਹੋਇਆ ਸੀ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ 208 ਕਿੱਲੇ ਜ਼ਮੀਨ ਮੁੱਲ ਖਰੀਦ ਕਰਕੇ ਇਹ ਸ਼ਹਿਰ ਵਸਾਇਆ, ਜਿੱਥੇ ਅੱਜ ਹਿਮਾਚਲ ਹੀ ਨਹੀਂ, ਪੰਜਾਬ, ਹਰਿਆਣਾ ਤੇ ਸਮੁੱਚੇ ਵਿਸ਼ਵ ਦੇ ਵਿੱਚੋਂ ਸੰਗਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਤਮਸਤਕ ਹੋਣ ਦੇ ਲਈ, ਉਹਨਾਂ ਦੇ ਵਿਆਹ ਪੁਰਬ ਦੇ ਵਿੱਚ ਸ਼ਾਮਲ ਹੋਣ ਲਈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਬੜੀ ਵੱਡੀ ਪੱਧਰ 'ਤੇ ਇੱਥੇ ਪਹੁੰਚੀ ਹੈ। ਇਸ ਮੌਕੇ 'ਤੇ ਕਾਰ ਸੇਵਾ ਸੰਤ ਬਾਬਾ ਲਾਭ ਸਿੰਘ ਜੀ, ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ, ਹੋਰ ਇਲਾਕੇ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਤੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਸੰਗਤ ਦੀ ਆਵਾਜਾਈ ਦੇ ਲਈ, ਉਹਨਾਂ ਦੇ ਰਹਿਣ ਸਹਿਣ ਦੇ ਲਈ, ਉਹਨਾਂ ਦੇ ਖਾਣ ਪੀਣ ਦੇ ਲਈ ਭਾਂਤ-ਭਾਂਤ ਦੀਆਂ ਮਠਿਆਈਆਂ, ਭਾਂਤ-ਭਾਂਤ ਦੇ ਜੂਸ, ਭਾਂਤ-ਭਾਂਤ ਦੇ ਪਕਵਾਨ ਜਿਹੜੇ ਇੱਥੇ ਪਕਾਏ ਗਏ ਨੇ। ਜਿਹੜੀਆਂ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੀਆਂ, ਮਠਿਆਈਆਂ ਤਾਂ ਬਹੁਤ ਦੁਕਾਨਾਂ 'ਤੇ ਮਿਲ ਜਾਂਦੀਆਂ, ਪਰ ਇਹ ਇੱਕ ਪ੍ਰਸ਼ਾਦ ਬਣ ਜਾਂਦਾ ਜਿਹਨੂੰ ਸੰਗਤਾਂ, ਜਿਵੇਂ ਕਿ ਵਿਆਹ ਦੇ ਵਿੱਚ ਭਾਜੀ ਦੇ ਤੌਰ 'ਤੇ ਵੀ ਘਰਾਂ ਨੂੰ ਦਿੱਤਾ ਜਾਂਦਾ, ਪ੍ਰਸ਼ਾਦ ਦਿੰਦੇ ਨੇ। ਇੱਥੋਂ ਲੋਕ ਸੰਗਤਾਂ ਪ੍ਰਸ਼ਾਦ ਲੈ ਕੇ ਵੀ ਜਾਂਦੀਆਂ ਨੇ ਤੇ ਆਪਣੇ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਜਾ ਕੇ ਵਰਤਾਉਂਦੀਆਂ ਨੇ ਤੇ ਉਹ ਵੀ ਇਹ ਪ੍ਰਸ਼ਾਦ ਨੂੰ ਛਕ ਕੇ ਉਹਨਾਂ ਦੀ ਮਨ ਦੀ ਤ੍ਰਿਪਤੀ ਹੋ ਜਾਂਦੀ ਆ। ਤੇ ਮਹਾਰਾਜ ਰਹਿਮਤ ਕਰਨ, ਜਿਹੜੀਆਂ ਸੰਗਤਾਂ ਨੇ ਇਸ ਚੱਲ ਰਹੀ ਸੇਵਾ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ, ਸਭ ਦੀ ਸੇਵਾ ਥਾਂ ਪਾਉਣ, ਰਹਿਮਤ ਕਰਨ, ਖੁਸ਼ੀਆਂ ਬਖਸ਼ਣ। ਉਧਰ ਭਲਕੇ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਆ ਜਾਣੇ ਨੇ। ਜੀ ਹਾਂ, ਇਹ ਸੈਮੀਫਾਈਨਲ ਦੇ ਨਤੀਜੇ ਦੱਸੇ ਜਾ ਰਹੇ ਨੇ। ਭਾਵ ਕਿ ਇਹਨਾਂ ਨਗਰ ਨਿਗਮ ਚੋਣਾਂ ਨੂੰ ਹੁਣ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਦੇ ਤੌਰ ਤੇ ਉੱਤੇ ਵੇਖਿਆ ਜਾਵੇਗਾ ਤੇ ਭਲਕੇ ਇਹ ਪਤਾ ਲੱਗ ਸਕਦਾ ਹੈ ਕਿ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਬਾਜੀ ਇਹਨਾਂ ਨਗਰ ਨਿਗਮ ਚੋਣਾਂ ਦੇ ਵਿੱਚ ਮਾਰਦੇ ਨੇ ਜਾਂ ਫਿਰ ਤੱਕੜੀ ਦਾ ਵੇਟ ਵੱਧਦਾ ਹੈ ਜਾਂ ਫਿਰ ਝਾੜੂ ਪੂਰੇ ਪੰਜਾਬ ਦੇ ਵਿੱਚ ਫਿਰਦਾ ਹੈ। ਇਸ ਦੇ ਉੱਤੇ ਨਿਗਾਹਾਂ ਰਹਿਣਗੀਆਂ। ਕੱਲ੍ਹ ਕਿਸ ਵੱਡੀ ਪਾਰਟੀ ਦੇ ਵੱਲੋਂ ਉੱਭਰ ਕੇ ਅੱਗੇ ਆਇਆ ਜਾਂਦਾ ਹੈ ਤੇ ਇਸ ਨੂੰ ਲੈ ਕੇ ਲਗਾਤਾਰ ਸਿਆਸੀ ਬਿਆਨ ਵੀ ਨੇ, ਕਿਉਂਕਿ ਲਗਾਤਾਰ ਵਿਰੋਧੀ ਧਿਰਾਂ ਦਾ ਸੱਤਾਧਾਰੀ ਧਿਰ ਦੇ ਉੱਤੇ ਆਰੋਪ ਨੇ ਕਿ ਨਗਰ ਨਿਗਮ ਚੋਣਾਂ ਦੇ ਵਿੱਚ ਧੱਕੇਸ਼ਾਹੀ ਹੋਈ ਹੈ, ਜਿਸ ਨੂੰ ਲੈ ਕੇ ਮੀਤ ਹੇਅਰ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ। ਸਰ, ਇਹ ਸਰਕਾਰ ਡਰਾਮੇਬਾਜ਼ੀ ਕਰਨਾ ਬੰਦ ਕਰੇ। ਜਿਹੜੀ ਤੁਹਾਡੀ ਮਨਸ਼ਾ ਸੀ ਉਹ ਤਾਂ ਵੈਸੇ ਪਹਿਲੇ ਦਿਨ ਤੋਂ ਹੀ ਜ਼ਾਹਰ ਹੋ ਗਈ ਸੀ, ਜਦੋਂ ਤੁਸੀਂ ਜਿਹੜੇ ਸਾਡੇ ਕੈਂਡੀਡੇਟ ਸੀ ਉਹਨਾਂ ਦੇ ਫਾਰਮ ਹੈ ਜਿਹੜੇ ਉਹ ਰਿਜੈਕਟ ਕੀਤੇ। ਇਕੱਲੇ ਰਾਮਪੁਰੇ ਹਲਕੇ 'ਚ 22 ਆਮ ਆਦਮੀ ਪਾਰਟੀ ਦੇ ਜਿਹੜੇ ਬੰਦਿਆਂ ਦੇ ਜਿਹੜੇ ਫਾਰਮ ਹੈ ਰਿਜੈਕਟ ਹੋਏ। ਇਕੱਲੇ ਆਮ ਆਦਮੀ ਪਾਰਟੀ ਨੇ, ਆਪੋਜੀਸ਼ਨ ਪਾਰਟੀਆਂ ਦੇ ਤੁਸੀਂ ਸਾਰਿਆਂ ਦੇ ਰਿਜੈਕਟ ਕਰਤੇ। ਇਹਦਾ ਮਤਲਬ ਤੁਹਾਡੇ ਇਕੱਲੇ ਕਾਂਗਰਸ ਵਾਲੇ ਨੇ ਜਿਹੜੇ ਉਹਨਾਂ ਨੂੰ ਇਕੱਲਿਆਂ ਨੂੰ ਜਿਹੜੇ ਆ ਫਾਰਮ ਫਿਲ ਕਰਨੇ ਹੁੰਦਾ, ਬਾਕੀਆਂ ਨੂੰ ਤਾਂ ਆਉਂਦੇ ਨਹੀਂ। ਸੋ ਜੇ ਸਰਕਾਰ ਨੇ ਇਦਾਂ ਹੀ ਕਰਨਾ ਸੀ, ਤੁਸੀਂ ਇਦਾਂ ਹੀ ਲੋਕਤੰਤਰ ਦਾ ਕਤਲ ਕਰਨਾ ਸੀ, ਇਹ ਤਾਂ ਨੋਮੀਨੇਟ ਕਰ ਲੈਂਦੇ। ਕਾਹਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ, ਲੋਕਾਂ ਦਾ ਸਮਾਂ ਬਰਬਾਦ ਕੀਤਾ, ਨਾਲ ਲੜਾਈਆਂ ਪਵਾਤੀਆਂ ਲੋਕਾਂ 'ਚ। ਸੋ ਸਰਕਾਰ ਨੂੰ ਚਾਹੀਦਾ ਕਿ ਜੇ ਵੋਟਿੰਗ ਕਰਵਾਉਣੀ ਹੈ ਤਾਂ ਜਿੰਨੇ ਬੂਥਾਂ 'ਤੇ ਧੱਕਾ ਕੀਤਾ, ਤੁਹਾਡੇ ਬੰਦਿਆਂ ਨੇ ਗੁੰਡਾਗਰਦੀ ਕੀਤੀ ਆ, ਉਹ ਸਾਰੇ ਬੂਥਾਂ 'ਤੇ ਜਿਹੜੀ ਹੈ ਤੁਸੀਂ ਰੀਪੋਲਿੰਗ ਕਰਵਾਓ, ਨਹੀਂ ਆ 3 ਬੂਥਾਂ ਤੇ ਰੀਪੋਲਿੰਗ ਕਰਵਾ ਕੇ ਡਰਾਮੇਬਾਜ਼ੀ ਕਰਨਾ ਜਿਹੜੀ ਆ ਉਹ ਬੰਦ ਕਰੋ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੀ ਜਨਤਾ ਦਾ ਧੰਨਵਾਦ ਕੀਤਾ ਗਿਆ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਲਗਾਤਾਰ ਮਹਾਮਾਰੀ ਦੇ ਦੌਰ ਦੇ ਦੌਰਾਨ ਦਿੱਲੀ ਵਾਸੀਆਂ ਨੇ ਦਿੱਲੀ ਸਰਕਾਰ ਦਾ ਪੂਰੇ ਤਰੀਕੇ ਦੇ ਨਾਲ ਸਾਥ ਦਿੱਤਾ ਹੈ ਤੇ ਨਾਲ ਹੀ ਉਹਨਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਨੂੰ ਵੀ ਖੁਸ਼ੀ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ। ਉਹਨਾਂ ਦਾ ਕਹਿਣਾ ਹੈ ਕਿ
ਦਿੱਲੀ ਦੇ ਸਰਕਾਰੀ ਸਕੂਲਾਂ ਦੇ ਨਤੀਜੇ 98% ਆਏ ਨੇ, जो कि ਉਹਨਾਂ ਦੇ ਲਈ बहुत ਵੱਡੀ ਗੱਲ है। 1 साल पहले आप सब ने एक बार फिर अपने बेटे को आपकी सेवा करने का एक और मौका दिया। बहुत कठिन साल था, लेकिन हम सब दिल्ली वालों ने मिलके एक परिवार की तरह काम किया और पूरी दुनिया में दिल्ली का नाम रोशन किया। कोरोना महामारी के बीच दिल्ली के सभी लोगों ने सरकार के साथ मिलके शानदार काम करके दिखाया है। कोरोना के खिलाफ दिल्ली सरकार के होम आइसोलेशन, प्लाज्मा बैंक, ऑक्सीमीटर, इन जैसे कामों की तो पूरी दुनिया में चर्चा हो रही है। लॉकडाउन में लाखों दिल्ली वासियों को खाना खिलाया, फ्री राशन बांटा, रास्तों में फंसे मजदूरों को उनके घर पहुंचाया। तमाम चुनौतियों के बीच आपकी सरकार ने फ्री बिजली पानी की स्कीम को जारी रखा। इन सब के बीच हमारे सरकारी स्कूल के बच्चों ने बोर्ड परीक्षा में 98% रिजल्ट लाके दिल्ली के 2 करोड़ लोगों का सिर गर्व से ऊंचा कर दिया। और हाँ, आपकी सरकार ने इस साल प्रदूषण से निपटने के लिए किसानों को पराली का समाधान भी दे दिया। अब दिल्ली के किसानों को पराली जलानी नहीं पड़ती। दिल्ली की तरक्की के इन 6 सालों में गरीब के बच्चे को अच्छी शिक्षा मिलने लगी है, हर बीमार को अच्छा इलाज मिलने लगा है, 24 घंटे बिजली आने लगी है। ये 2 करोड़ दिल्ली वासियों की सरकार है जो 24 घंटे 7 दिन दिल्ली वासियों की ज़िंदगी आसान बनाने के लिए काम करती है और यूं ही करती रहेगी। बस आपका साथ और आपका आशीर्वाद चाहिए। मैं इसी तरह से आपकी सेवा में लगा रहूं। पंजाब इस वेले दे विच फिलहाल दे लिए इन्ना ही। फिर मुड़ हाजिर हुंदे हां नवीं ते ताज़ा अपडेट्स नाल। तद तक लिए मैनूं दिओ इजाज़त। बहुत बहुत धन्नवाद।